सत श्री अकाल सारिਆਂ ਨੂੰ ਤੁਹਾਡੀ ਆਪਣੀ डॉक्टर कोमल MD ਮੈਡੀਸਨ स्विट्जरलैंड तो ਅੱਜ ਦਾ टॉपिक हैगा ਸਾਡਾ ਗੈਸ ਕਰੋ नहीं गैस कर सकते ਜਿਹੜਾ ਅਸੀਂ ਕੱਲ ਡਿਸਕਸ ਕੀਤਾ ਸੀਗਾ ਇਰੀਟੇਬਲ ਬਾਊਲ ਸਿੰਡਰੋਮ ਉਦਾਂ ਹੀ ਪੇਟ ਦੇ ਰਿਲੇਟਡ ਟੌਪਿਕ ਹੈਗਾ ਏ ਕਿ ਜੇ ਹੋਰ ਲੋਕਾਂ ਨੂੰ ਡਾਇਰੀਆ ਹੁੰਦਾ ਹੈ ਲੂਜ਼ ਮੋਸ਼ਨ ਹੁੰਦੇ ਆ ਉਹਦੇ ਹੋਰ ਵਜ੍ਹਾ ਕੀ ਹੋ ਸਕਦੀ ਆ ਅੱਜ ਦੇ ਟੌਪਿਕ ਦਾ ਨਾਮ ਹੈਗਾ ਜੀ ਕ੍ਰੋਨਸ ਡਿਜ਼ੀਜ਼ ਸੁਣਿਆ ਨਹੀਂ ਹੋਣਾ ਨਾ ਕਦੀ ਹਾਂ ਕਿਉਂਕਿ ਆਪਾਂ ਨੂੰ ਤਾਂ ਇੰਨਾ ਹੀ ਪਤਾ ਲੂਜ਼ ਮੋਸ਼ਨ ਹੁੰਦੇ ਆ ਹਾਂ ਕਈ ਵਾਰ ਬਲੱਡ ਆ ਜਾਂਦਾ ਕਈ ਵਾਰ ਨਹੀਂ ਆਉਂਦਾ ਕਈ ਵਾਰ ਝੱਗ ਆ ਜਾਂਦੀ ਆ ਮੋਸ਼ਨ ਦੇ ਵਿੱਚ ਬਟ ਹੁਣ ਆਪਾਂ ਥੋੜ੍ਹਾ ਜਿਹਾ ਡਿਟੇਲ ਵਿੱਚ ਜਾਣਦੇ ਕਿ ਹੋਰ ਕਿਹੜੇ ਤਰ੍ਹਾਂ ਦੇ ਸਾਨੂੰ ਲੂਜ਼ ਮੋਸ਼ਨ ਹੋ ਸਕਦੇ ਹੁਣ ਅੱਜ ਡਿਸਕਸ ਕਰਾਂਗੇ ਕ੍ਰੋਨਸ ਡਿਜ਼ੀਜ਼ ਸੋ ਹੁਣ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ ਕਿ ਸਾਈਨ ਕੀ ਹੁੰਦਾ ਕ੍ਰੋਨ ਡਿਜ਼ੀਜ਼ ਦਾ ਦੇਖੋ ਜਿਹੜੇ ਵੀ ਪੇਸ਼ੈਂਟ ਨੂੰ ਕ੍ਰੋਨ ਡਿਜ਼ੀਜ਼ ਹੋਏਗੀ ਇਹ ਬਹੁਤ ਸਾਰੇ ਪੇਸ਼ੈਂਟਸ ਨੂੰ ਹੋ ਸਕਦਾ ਕਿ ਉਹਨਾਂ ਦੇ ਜਿਹੜਾ ਰਾਈਟ ਸਾਈਡ ਏਰੀਆ ਆ ਪੇਟ ਦੇ ਥੱਲੇ ਵਾਲਾ ਉੱਥੇ ਪੇਨ ਹੋਏਗੀ ਔਰ ਇਹ ਕਦੋਂ ਹੋਏਗੀ ਮੋਸਟਲੀ ਖਾਣੇ ਤੋਂ ਬਾਅਦ ਜਿਹੜਾ ਬੱਚਾ ਆ ਜਾਂ ਬਜ਼ੁਰਗ ਆ ਇਮੀਡੀਏਟਲੀ ਤੁਹਾਨੂੰ ਕਹੇਗਾ ਕਿ ਮੈਨੂੰ ਪੇਨ ਹੋ ਰਹੀ ਆ ਔਰ ਇਸ ਕ੍ਰੋਨਸ ਡਿਜ਼ੀਜ਼ ਦੀ ਏਜ ਹੈਗੀ ਆ ਜਾਂ ਤਾਂ ਇਹ ਤੁਹਾਡਾ ਜਿਹੜਾ ਹੈਗਾ ਵਾ 15 ਸਾਲ ਤੋਂ ਲੈ ਕੇ 30 ਸਾਲ ਤੱਕ ਹੋਏਗਾ ਜਾਂ ਫਿਰ 55 ਸਾਲ ਤੋਂ ਉੱਪਰ ਦੇ ਬਜ਼ੁਰਗਾਂ ਨੂੰ ਹੋ ਸਕਦਾ ਆ ਸੋ ਆਪਾਂ ਸਿੰਪਟਮਸ ਦੀ ਗੱਲ ਕਰ ਰਹੇ ਸੀ ਹੋਰ ਕਿਹੜੇ ਸਿੰਪਟਮ ਹੈਗੇ ਨੇ ਸਿੰਪਟਮ ਹੈਗੇ ਕਿ ਤੁਹਾਨੂੰ ਗੈਸ ਬਹੁਤ ਬਣੇਗੀ ਉਹਦੀ ਵਜ੍ਹਾ ਕੀ ਹੈ ਗੈਸ ਬਣਨ ਦੀ ਦੇਖੋ ਜਿਹੜੀ ਇੰਟੈਸਟਾਈਨ ਆ ਜਿਹੜੀ ਸਾਡੀ ਆਂਤੜੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਜਿਹਦੇ ਵਿੱਚ ਖਾਣਾ ਪਚਦਾ ਆ ਉਹਨਾਂ ਦੇ ਵਿੱਚ ਜਦੋਂ ਇਨਫਲਾਮੇਸ਼ਨ ਜਦੋਂ ਉਹਨਾਂ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ ਠੀਕ ਹੈ ਕਿਸੇ ਵਜ੍ਹਾ ਕਰਕੇ ਉਹ ਖਰਾਬ ਹੋ ਜਾਂਦੀਆਂ ਵਾ ਠੀਕ ਹੈ ਛੋਟੇ ਜ਼ਖਮ ਹੋ ਜਾਂਦੇ ਆ ਇਹ ਮੋਰਬਸ ਕ੍ਰੋਨਸ ਦੇ ਵਿੱਚ ਉਹਦੇ ਵਿੱਚ ਹੁੰਦਾ ਉਹਦੇ ਕਰਕੇ ਕੀ ਹੁੰਦਾ ਜਿਹੜਾ ਖਾਣਾ ਆ ਉਹ ਪਚਦਾ ਨਹੀਂ ਆ ਠੀਕ ਹੈ ਜਦੋਂ ਖਾਣਾ ਨਹੀਂ ਪਚੇਗਾ ਜਿਹੜਾ ਉੱਥੇ ਬੈਕਟੀਰੀਆ ਹੋਏਗਾ ਉਹਨੂੰ ਕੋਸ਼ਿਸ਼ ਕਰੇਗਾ ਡਾਈਜੈਸਟ ਕਰਨ ਦੀ ਉਹ ਅਨਡਾਈਜੈਸਟ ਫੂਡ ਰਹਿ ਜਾਂਦਾ ਪ੍ਰੋਪਰ ਡਾਈਜੈਸਟ ਨਹੀਂ ਹੁੰਦਾ ਔਰ ਜਿਹੜੀਆਂ ਉਹਦੇ ਵਿੱਚੋਂ ਗੈਸ ਪ੍ਰੋਡਿਊਸ ਹੁੰਦੀ ਆ ਉਹ ਫਿਰ ਤੁਹਾਨੂੰ ਗੈਸ ਕਰਦੀ ਆ ਠੀਕ ਹੈ ਜਿਹਨੂੰ ਆਪਾਂ ਫਲੈਟੂਲੈਂਸ ਵੀ ਕਹਿੰਦੇ ਆ ਬਲੋਟਿੰਗ ਹੋਏਗੀ ਉਹ ਪੇਸ਼ੈਂਟ ਨੂੰ ਫੀਲ ਹੋਏਗਾ ਕਿ ਮੇਰੇ ਪੇਟ ਦੇ ਅੰਦਰ ਜਿੱਦਾਂ ਪਟਾਕੇ ਜੇ ਪੈਣ ਡਏ ਆ ਹੈ ਨਾ ਕੁਝ ਭਰ ਰਿਹਾ ਮੇਰਾ ਪੇਟ ਫੁੱਲਿਆ ਹੋਇਆ ਮੈਂ ਕੁਝ ਖਾ ਨਹੀਂ ਸਕਦਾ ਬਸ ਇੱਦਾਂ ਨਿਕਲ ਆਇਆ ਬਾਹਰ ਨੂੰ ਠੀਕ ਹੈ ਇਹ ਸਾਈਨ ਇੱਕ ਜਿਹੜਾ ਵਾ ਹੋਰ ਹੋ ਸਕਦਾ ਵਾ ਹੋਰ ਪੇਸ਼ੈਂਟਸ ਹੈਗੇ ਉਹਨਾਂ ਨੂੰ ਡਾਇਰੀਆ ਹੋ ਜਾਂਦਾ ਡਾਇਰੀਆ ਜ਼ਿਆਦਾਤਰ ਕ੍ਰੋਨਸ ਦੇ ਵਿੱਚ ਜ਼ਿਆਦਾਤਰ ਨਹੀਂ ਕ੍ਰੋਨਸ ਦੇ ਵਿੱਚ ਜਿਹੜਾ ਡਾਇਰੀਆ ਹੁੰਦਾ ਉਹ ਵਾਟਰੀ ਡਾਇਰੀਆ ਹੁੰਦਾ ਆ ਕਿਉਂਕਿ ਜਿਹੜੀ ਸਕਿਨ ਆ ਦੇਖੋ ਇੰਟੈਸਟਾਈਨ ਦੇ ਵਿੱਚ ਵਾਲੀ ਜਿਹੜੀ ਲੇਅਰ ਆ ਉਹ ਇਨਫੈਕਸ਼ਨ ਨਾਲ ਭਰੀ ਹੋਈ ਆ ਠੀਕ ਹੈ ਇਸ ਕਰਕੇ ਵਾਟਰ ਜਿਹੜਾ ਵਾ ਉਹ ਤੁਹਾਡੀ ਬਾਡੀ ਦੇ ਵਿੱਚ ਰਿਵਰਸਲੀ ਅਬਜ਼ੌਰਬ ਨਹੀਂ ਹੁੰਦਾ ਠੀਕ ਹੈ ਜਦੋਂ ਵਾਟਰ ਨਹੀਂ ਅਬਜ਼ੌਰਬ ਹੁੰਦਾ ਉਹ ਫੂਡ ਦੇ ਨਾਲ ਜਿਹੜਾ ਵਾਟਰ ਆ ਉਹ ਬਾਹਰ ਨਿਕਲ ਜਾਂਦਾ ਕਿਉਂਕਿ ਫੂਡ ਵੀ ਅਬਜ਼ੌਰਬ ਨਹੀਂ ਹੁੰਦਾ ਇਸ ਕਰਕੇ ਪੇਸ਼ੈਂਟਸ ਨੂੰ ਵਾਟਰੀ ਡਾਇਰੀਆ ਹੁੰਦਾ ਆ ਬਲੱਡੀ ਡਾਇਰੀਆ ਨਹੀਂ ਹੁੰਦਾ ਬਲੱਡੀ ਡਾਇਰੀਆ ਕੋਲਾਈਟਿਸ ਵਿੱਚ ਹੁੰਦਾ ਉਹ ਮੈਂ ਤੁਹਾਨੂੰ ਬਾਅਦ 'ਚ ਅਗਲੀ ਵੀਡੀਓ 'ਚ ਦੱਸਾਂਗੀ ਹੋਰ ਇਹਨਾਂ ਪੇਸ਼ੈਂਟਸ ਨੂੰ ਇੱਕ ਸਾਈਨ ਹੁੰਦਾ ਉਹ ਇਹ ਹੁੰਦਾ ਆ ਕਿ ਜਿਹੜੀ ਇਹਨਾਂ ਦੀ ਏਨਲ ਜਿੱਥੋਂ ਸਟੂਲ ਤੁਹਾਡਾ ਬਾਹਰ ਆਉਂਦਾ ਆ ਬਿਲਕੁਲ ਬਾਹਰ ਵਾਲੇ ਏਰੀਆਸ ਦੇ ਵਿੱਚ ਮਾਸ ਵਧਿਆ ਹੁੰਦਾ ਆ ਠੀਕ ਹੈ ਕਿ ਮਾਸ ਜਿਵੇਂ ਟੈਗ ਜਿਹਾ ਬਣਿਆ ਹੁੰਦਾ ਸਕਿਨ ਦਾ ਉਹ ਤਾਂ ਕਰਕੇ ਬਣਦਾ ਬਾਰ ਸਟੂਲ ਬਾਹਰ ਪਾਸ ਹੋਣ ਕਰਕੇ ਕੁਛ ਮਾਸ ਬਾਹਰ ਆ ਜਾਂਦਾ ਇਨਫੈਕਸ਼ਨ ਹੋ ਜਾਂਦੀ ਉਹ ਠੀਕ ਹੋ ਜਾਂਦਾ ਔਰ ਕਈ ਵਾਰ ਛੋਟੇ ਕੱਟ ਲੱਗ ਜਾਂਦੇ ਨੇ ਉਸ ਏਰੀਆ ਜਿਹਨੂੰ ਆਪਾਂ ਫਿਸਟੂਲਾਸ ਕਹਿੰਦੇ ਆ ਠੀਕ ਹੈ ਹੋਰ ਇਹ ਪੇਸ਼ੈਂਟਸ ਤੋਂ ਮਾਊਥ ਅਲਸਰਸ ਬਹੁਤ ਹੁੰਦੇ ਆ ਕਿਉਂਕਿ ਵਿਟਾਮਿਨ B12 ਦੀ ਕਮੀ ਇਹਨਾਂ ਦੇ ਵਿੱਚ ਹੋ ਜਾਂਦੀ ਆ ਜਿਹਦੇ ਕਰਕੇ ਇਹਨਾਂ ਨੂੰ ਜਿਹੜੇ ਮਾਊਥ ਅਲਸਰ ਮੂੰਹ ਦੇ ਵਿੱਚ ਜਿਹੜੇ ਅਲਸਰ ਆ ਉਹ ਕਾਫੀ ਹੁੰਦੇ ਆ ਇਹ ਜਿਹੜੇ ਪੇਸ਼ੈਂਟਸ ਹੁੰਦੇ ਕਈ ਵਾਰ ਕੰਪਲੇਨ ਕਰਦੇ ਆ ਕਿ ਇਹਨਾਂ ਨੂੰ ਜਿਵੇਂ ਇੱਕ ਮਾਸ ਦਾ ਗੱਠਾ ਜਿਹੜਾ ਵਾ ਉਹ ਫੀਲ ਹੁੰਦਾ ਇੱਕ ਮਾਸ ਦਾ ਟੁਕੜਾ ਫੀਲ ਹੁੰਦਾ ਉਹਨਾਂ ਦੀ ਰਾਈਟ ਅਬਡੋਮਨ ਦੀ ਲੋਅਰ ਸਾਈਡ 'ਤੇ ਜਿੱਥੇ ਆਪਾਂ ਨਿਸ਼ਾਨ ਪਹਿਲਾਂ ਦੇਖਿਆ ਸੀ ਰੈੱਡ ਉੱਥੇ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਕੋਈ ਮਾਸ ਜਿਹਾ ਹੈਗਾ ਆ ਮੇਰੇ ਇੱਥੇ ਜੰਮਿਆ ਹੋਇਆ ਹੋਰ ਇਹਨਾਂ ਪੇਸ਼ੈਂਟਸ ਦੇ ਵਿੱਚ ਏਨਲ ਫਿਸਟੂਲਾ ਬਣਨ ਦੇ ਚਾਂਸ ਹੁੰਦੇ ਦੇਖੋ ਆਹ ਸਾਡੀ ਏਨਸ ਆ ਇੱਥੋਂ ਤੁਹਾਡਾ ਸਟੂਲ ਬਾਹਰ ਨੂੰ ਆ ਰਿਹਾ ਵਾ ਹੁਣ ਕੀ ਹੁੰਦਾ ਆ ਕਈ ਵਾਰ ਬੈਕਟੀਰੀਆ ਦੇ ਕਰਕੇ ਕੱਟ ਲੱਗ ਜਾਂਦੇ ਆ ਸਾਈਡਸ 'ਤੇ ਠੀਕ ਹੈ ਸਾਈਡਸ 'ਤੇ ਦੇਖੋ ਤੇ ਜਿਹੜੀ ਮੇਨ ਜਿਹੜਾ ਸਾਈਡਸ 'ਤੇ ਏਰੀਆ ਹੁੰਦਾ ਉਹਦੇ ਵਿੱਚ ਇਨਫੈਕਸ਼ਨ ਜਾਣੀ ਸ਼ੁਰੂ ਹੋ ਜਾਂਦੀ ਇਹਨੂੰ ਫਿਸਟੂਲਾ ਬੋਲਦੇ ਆ ਔਰ ਅਗਰ ਜਿੰਨੀ ਇਨਫੈਕਸ਼ਨ ਇੱਥੇ ਵੱਧਦੀ ਜਾਂਦੀ ਆ ਇਨਫੈਕਸ਼ਨ ਅੱਗੇ ਜਾ ਕੇ ਬਲੈਡਰ ਨੂੰ ਨੁਕਸਾਨ ਕਰ ਦਿੰਦੀ ਆ ਇੰਟੈਸਟਾਈਨ ਦੇ ਹੋਰ ਪਾਰਟ ਨੂੰ ਸਕਿਨ ਨੂੰ ਨੁਕਸਾਨ ਕਰ ਦਿੰਦੀ ਆ ਔਰ ਕਈ ਵਾਰ ਇੱਥੇ ਪਸ ਵੀ ਪੈ ਜਾਂਦੀ ਸਭ ਤੋਂ ਖਤਰਨਾਕ ਚੀਜ਼ ਹੈ ਇੱਕ ਜਿਹਦਾ ਫਿਸਟੂਲਾ ਜਾਂ ਫਿਰ ਐਬਸੈਸ ਜਦੋਂ ਆਪਣਾ ਰੇਸ਼ਾ ਪੈਣਾ ਸ਼ੁਰੂ ਹੋ ਜਾਂਦਾ ਇਹਨਾਂ ਪੇਸ਼ੈਂਟਸ ਨੂੰ ਇਹ ਹੋਰ ਸਾਈਨ ਕਿਹੜਾ ਹੋ ਸਕਦਾ ਇਹਨਾਂ ਪੇਸ਼ੈਂਟਸ ਨੂੰ ਵੇਟ ਲਾਸ ਸੋ ਹੁਣ ਸੋਚਣ ਵਾਲੀ ਗੱਲ ਹੈ ਕਿ ਇਹਨਾਂ ਦਾ ਵੇਟ ਕਿਉਂ ਲਾਸ ਹੋ ਰਿਹਾ ਦੇਖੋ ਈਜ਼ੀ ਆ
वेट इस करके लॉस हो रहा क्योंकि मल्टीपल हुण उन्हां दी बॉडी दे विच कुछ भी अब्जॉर्ब नहीं हो रहा, जिद्दां आपां खाना खा रहे हैं उदां ही बाहर निकल रहा, जिन्ने भी विटामिन ने मिनरल ने वो सारे बाहर निकल रहे हैं। ठीक है, इस करके उन्हां दी बॉडी वीक हो रही है, हौली हौली वो लोग जिहड़े वो पतले हो रहे क्योंकि फैट नहीं अब्जॉर्ब हो रही, प्रोटीन नहीं अब्जॉर्ब हो रहा, विटामिनस नहीं अब्जॉर्ब हो रहे, अमाइनो एसिड नहीं हो रहे, बंदा जिहड़ा वा पतला हो जाएगा। नैक्सट इन्हां पेशेंट्स नूं होर किहड़ी कंप्लेन हुंदी, उन्हां नूं नौजिया हुंदा, उन्हां नूं वॉमिटिंग वर्गी फीलिंग हुंदी है क्योंकि इम्यून सिस्टम उन्हां दा बहुत हाइपर काम करदा उस इन्फैक्शन नूं खत्म करन वास्ते, बट अनफॉर्चुनेटली उहदे साइड इफैक्ट हुंदे आ इम्यून सिस्टम हाइपर काम करन दे कि तुहानूं नौजिया ते वॉमिटिंग जिहड़ी आ फील हुंदी आ। सो ये डिजीज़ अगर एक्टिव फॉर्म दे विच हैगी आ, मतलब अक्यूट फेज आ, पेशेंट नूं डायरिया हो रहा, उन्हां पेशेंट्स दे विच फीवर काफ़ी रहन की संभावना रहिंदी है क्योंकि जिद्दां इन्फ्लामेशन कोई भी साडी बॉडी दे विच अगर बैक्टीरिया अंदर काम कर रहा या बॉडी हाइपरली इम्यून सिस्टम काम कर रही, वो पेशेंट नूं हमेशा फीवर हुंदा। सो इन्हां पेशेंट्स नूं हमेशा फीवर रहिंदा और प्लस कभी भी तुसीं इन्हां पेशेंट्स नूं पुछोगे वो कहणगे नो एनर्जी रीजन क्योंकि विटामिन नहीं है बॉडी च, एनर्जी कित्थों आऊगी। ठीक है, सो कुछ 10% लोग होंगे आ जिन्होंने इदां दी फिर अल्सर बनने पैरों ते शुरू हो जाते। ये क्रोनिक स्टेज है क्योंकि बॉडी दे विच विटामिन नहीं जाणगे, HB घटेगा तो ऑक्सीजन नहीं रहेगी, वेन्स खराब होणगियां और जिथे जिथे फिर बैक्टीरिया लगेगा जो स्किन दे नाल वो अंदरों इन्फैक्शन जिहड़ी आ तुहाडी इदां हौली हौली स्किन नूं डैड कर देगी और जिहड़ी स्किन इदां खराब हो जाएगी। सो इन्हां पेशेंट्स दे की हुंदा, जिहड़ियां लत्तां हुंदियां उन्हां दे फ्रंट वाले एरियाज दे विच रैड कलर दे पैच बनने शुरू हो जाते। उहदी वजह की है, जिहड़ी फैट डिपॉजिट हो चुकी है लैग्स के अंदर वो हौली हौली जिहड़ी इन्फैक्ट होनी शुरू हो जाती है, इस करके वो एरिया तुहानूं रैड राउंड कलर दे रैड एरियाज जिहड़े नज़र आने शुरू हो जाते हैं। 5% जिहड़े पेशेंट्स हुंदे आ उन्हां नूं आर्थराइटिस हो जाता, उन्होंने पेन होएगी 3-4 जॉइंट्स दे विच, नी जॉइंट दे विच, एल्बो जॉइंट दे विच और उन्हां दे रिस्ट जॉइंट दे विच ते हिप जॉइंट दे विच जिहड़े जॉइंट्स ने अफैक्ट हो जाएंगे, उत्थे छोटी छोटी इन्फ्लामेशन हो जाएगी जिन्हां करके उन्होंने ये जॉइंट्स विच पेन होएगी। एक मोस्ट वर्स कंडीशन जिहड़ी आउंदी है एंकोलाइजिंग स्पॉन्डिलाइटिस, जिहड़ा तुहाडा लोअर बैक है उत्थे जिहड़ी स्पाइनल एरिया तुहाडी स्पाइनल कॉर्ड है, ठीक है, वो जिहड़े उत्थे वर्टिब्रास ने लोअर साइड ते उत्थे इन्फैक्शन हो जाती है कई बार उस एरिया दे विच, वो बहुत पेनफुल बैक पेन हुंदी है, उहदे नाल होर भी बहुत सारियां कॉम्प्लीकेशनस फिर आ जांदियां। क्रोन्स डिजीज़ के पेशेंट्स काफ़ी ज़्यादा अफैक्टड होंगे आ जो उन्होंने बार बार यूरिन की इन्फैक्शन होंगी है। देखो थोड़ी इंटस्टाइन जी वो इन्फैक्टड आ, वो की होएगा बैक्टीरिया जो इंटस्टाइन चो आएगा, जो तुम वॉश करोगे, जो तुम नहीं चंगी तरह वॉश कर रहे, थोड़ा थोड़ा बैक्टीरिया हमेशा थोड़े एनल रीजन च रहिंदा जो मूव करके हौली हौली तुहाडे ब्लैडर च चला जाता और पेशेंट्स नूं रीकरेंट यूरिन की इन्फैक्शन होंदी है। होर एक इंपॉर्टेंट चीज़ इन्हां पेशेंट्स वास्ते, देखो जो भी तुहाडे स्मॉल इंटस्टाइन दे विच इन्फ्लामेशन हुंदी है, इन्फैक्शन हुंदी है, जिहड़े फैट वाले विटामिन हुंदे आ अब्सॉर्ब नहीं हुंदे। ठीक है, उहदे विच किहड़े विटामिन आउंदे, विटामिन ए, विटामिन डी, विटामिन के एंड विटामिन ई। ठीक है, हुण ये बहुत इंपॉर्टेंट ने। उन्हां हुण ये पेशेंट्स नूं अगर ये विटामिन इन्हां दे अंदर नहीं होणगे, इन्हां नूं की कॉम्प्लीकेशन आएगी। देखो अगर विटामिन ए लॉस आ तुहाडे नाइट विजन च प्रॉब्लम आएगी, उन्होंने नेरे च देखण च प्रॉब्लम आएगी। अगर थोड़ा विटामिन डी घट आ तो तुहानूं की होएगा, तुहानूं एनर्जी लॉस होएगा, तुहानूं डिप्रैशन होएगा, तुहाडीआं बोन्स वीक होणगियां, ओस्टियोपोरोसिस हो जाएगा। सो पेशेंट जिहड़ा वा डिप्रैशन वांगू फील करेगा, फटीक फील करेगा। सो नैक्सट अगर तुहाडे विटामिन ई की कमी आ, विटामिन ई का काम की है, सिग्नल पहुँचाउंदे, जिन्ने भी साडे हत्थ पैर आ उन्हां दे विच सारिआं सिग्नल पहुँचाउणे। ठीक है, अगर विटामिन ई घट जांदा थोड़ी सिग्नल प्रॉब्लम आ जाएगी, तुहानूं कीड़ियां जिहियां तुरनगियां हत्थां च पैरां च। ठीक है, इदां दी फीलिंग तुहानूं महसूस होएगी। अगर विटामिन के घट गया, मोस्ट इंपॉर्टेंट, तो थोड़े बॉडी दे विच कोएगुलेशन जिहड़ी आ, मतलब जिहड़े ब्लीडिंग फैक्टर आ, ठीक है, वो घट जाणगे। ठीक है, उहदे नाल की होएगा कि बहुत ईजीली ब्लीडिंग होने के चांसिस हो जाएंगे। विटामिन के का काम की आ कि साडी बॉडी दे विच ब्लीडिंग नूं रोकना, वो हुंदी रहिंदी, छोटी मोटी सट साडी बॉडी च लगदी रहिंदी। और अगर विटामिन के तुहाडा घट आ, अगर छोटी जी भी किते किसी बॉडी के इंटरनल पार्ट च इंजरी होगी, ब्लीडिंग बहुत ज़्यादा हो जाती है। होर डेफिशिएंसी विटामिन B12 की हो सकती है, फॉलिक एसिड की, ते आयरन की डेफिशिएंसी भी हो सकती है।
ਸੋ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਵਾਸਤੇ ਆ ਸਾਡੀ ਨਾਰਮਲ ਇੰਟੈਸਟਾਈਨ ਹੈ ਜਿਹਦੇ ਵਿੱਚੋਂ ਦੀ ਸਟੂਲ ਪਾਸ ਹੁੰਦਾ ਹੈ, ਠੀਕ ਹੈ, ਜੋ ਵੀ ਆਪਾਂ ਖਾਂਦੇ ਆ। ਔਰ ਜਿਹੜੇ ਕਰੋਨਸ ਦੇ ਪੇਸ਼ੈਂਟ ਆ ਉਹਨਾਂ ਦੀ ਇੰਟੈਸਟਾਈਨ ਇੱਦਾਂ ਹੋ ਜਾਂਦੀ ਆ, ਜਿਹੜੀ ਇੰਟਰਨਲ ਲਾਈਨਿੰਗ ਆ ਸਾਰੀ ਉਹ ਖਰਾਬ ਹੋ ਜਾਂਦੀ, ਉਹਦੇ ਵਿੱਚ ਇਨਫੈਕਸ਼ਨ ਹੋ ਜਾਂਦੀ, ਛੋਟਾ ਜਿਹਾ ਰਾਹ ਰਹਿ ਜਾਂਦਾ। ਆ ਛੋਟੀਆਂ ਛੋਟੀਆਂ ਜਿਹੜੀਆਂ ਤਾਂ ਬਿੰਦੀਆਂ ਇਨਫਲਾਮੇਸ਼ਨ ਹੋਈ ਪਈ ਆ ਇੱਥੇ ਨਾ ਸਾਰੀ ਇੰਟੈਸਟਾਈਨ, ਹੁਣ ਸਟੂਲ ਦੇ ਪਾਸ ਹੋਣ ਲਈ ਪੂਰਾ ਇਨਫਲਾਮੇਟ ਏਰੀਆ ਆ, ਠੀਕ ਹੈ, ਇਸ ਕਰਕੇ ਪੇਸ਼ੈਂਟ ਜਿਹੜਾ ਉਹ ਪੇਨ ਫੀਲ ਕਰਦਾ ਆ। ਸੋ ਹੁਣ ਇਹਨੂੰ ਡਿਜ਼ੀਜ਼ ਨੂੰ ਡਾਇਗਨੋਸ ਕਿੱਦਾਂ ਕਰਨਾ, ਦੇਖੋ ਮੋਸਟ ਲਾਈਕਲੀ ਇਹਦਾ ਡਾਇਗਨੋਸ ਗੈਸਟਰੋਸਕੋਪੀ, ਠੀਕ ਹੈ, ਐਂਡੋਸਕੋਪੀ ਜਿਹਨੂੰ ਆਪਾਂ ਕਹਿੰਦੇ ਆ, ਉਹਦੇ ਨਾਲ ਹੋਏਗਾ। ਗੈਸਟਰੋ ਅਤੇ ਕੋਲੋਸਕੋਪੀ ਜਿਹਨੂੰ ਆਪਾਂ ਆਂਤੜੀਆਂ ਦੀ ਟੈਸਟ ਕਰਾਉਂਦੇ ਹਾਂ, ਠੀਕ ਹੈ, ਦੋਨਾਂ ਤਰ੍ਹਾਂ ਦੀਆਂ। ਐਂਡੋਸਕੋਪੀ ਜਿਹੜੀ ਤੁਹਾਨੂੰ ਕਰਾ ਕੇ ਦੇਖਣਾ ਪਏਗਾ, ਹਿਸਟੋਲੋਜੀ ਉੱਥੋਂ ਸੈੱਲ ਲਏ ਜਾਣਗੇ, ਉਹਨਾਂ ਨੂੰ ਚੈੱਕ ਕੀਤਾ ਜਾਏਗਾ, ਫਿਰ ਪਤਾ ਲੱਗੇਗਾ ਕਿ ਤੁਹਾਨੂੰ ਕਰੋਨਸ ਡਿਸੀਜ਼ ਹੈ। ਫਿਰ ਉਹਦੇ ਅਕੋਰਡਿੰਗ ਜਿਹੜਾ ਤੁਹਾਡਾ ਟਰੀਟਮੈਂਟ ਆ ਇਹਨੂੰ ਆਪਾਂ ਕਰਾਂਗੇ। ਸੋ ਇਹ ਮੇਰੀ ਰਿਕੁਐਸਟ ਆ, ਅਗਰ ਤੁਹਾਨੂੰ ਇਹਨਾਂ 'ਚੋਂ ਕੋਈ ਵੀ ਸਿੰਪਟਮ ਆ ਰਿਹਾ, ਡਿਲੇ ਨਹੀਂ ਕਰਨਾ, ਇਹਨੂੰ ਟਾਈਮਲੀ ਟਰੀਟ ਕਰਨਾ ਆ ਤਾਂ ਕਿ ਅੱਗੇ ਹੋਣ ਵਾਲੀਆਂ ਕੰਪਲੀਕੇਸ਼ਨਸ ਤੋਂ ਅਸੀਂ ਜਿਹੜੇ ਆ ਆਪਣੇ ਪੇਸ਼ੈਂਟਸ ਨੂੰ ਬਚਾ ਸਕੀਏ। ਸੋ ਆਈ ਹੋਪ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਅਗਰ ਹੋਰ ਵੀ ਤੁਹਾਡੀ ਕੋਈ ਡਿਮਾਂਡ ਹੈਗੀ ਹੈ ਤੁਸੀਂ ਮੈਨੂੰ ਲਿਖ ਸਕਦੇ ਹੋ, ਤੁਹਾਡੀ ਆਪਣੀ ਡਾਕਟਰ ਕੋਮਲ MD ਮੈਡੀਸਿਨ ਸਵਿਟਜ਼ਰਲੈਂਡ ਤੋਂ।